ਵਾਕਈ ਹਰਾਸਮੈਂਟ ਹੋ ਰਹੀ ਹੈ। ਅਸੀਂ ਉਹਨੂੰ ਹਨੀ ਟਰੈਪ ਦੇ ਕੇ ਬੰਦਾ ਪਕੜਿਆ। ਬੰਦੇ ਦੇ ਫੋਨ ਦੇ ਵਿੱਚ ਉਹਦੀ ਜੈਨੂਇਨ ਵੀਡੀਓਜ਼ ਰਿਸੀਵ ਹੋਈਆਂ। ਕਾਲਜ ਯੂਨੀਵਰਸਿਟੀ ਦੇ ਸਟੂਡੈਂਟਸ ਖਾਸ ਕਰ ਜਿਹੜੀਆਂ ਹਰਾਸਰਸ ਦਾ ਮੇਨ ਟਾਰਗੇਟ ਹੈ। ਲੜਕੀਆਂ ਆਪਣੇ ਆਪ ਨੂੰ ਵਲਨਰੇਬਲ ਕਰ ਲੈਂਦੀਆਂ। ਲੜਕੀਆਂ ਨੂੰ ਇਹ ਪਤਾ ਵੀ ਨਹੀਂ ਲੱਗਦਾ ਕਿ ਜਿਸ ਬੰਦੇ ਤੇ ਉਹ ਟਰਸਟ ਕਰ ਰਹੀਆਂ ਨੇ ਉਹ ਬੰਦਾ ਟਰਸਟਵਰਦੀ ਹੈ ਵੀ ਕਿ ਨਹੀਂ। ਖਾਤੂਨ ਨੂੰ ਸੋਸ਼ਲ ਮੀਡੀਆ ਤੇ ਬਲੈਕਮੇਲ ਕਰਕੇ ਬਾਰਹਾ ਬਾ ਹਰਾਸਾ ਕਰਨ ਵਾਲਾ ਮੁਲਜ਼ਮ ਗ੍ਰਿਫਤਾਰ। ਮੈਂ ਮੌਜ਼ਮ ਜੱਟ ਤੇ ਤੁਸੀਂ ਵੇਖ ਰਹੇ ਹੋ ਜੁਰਮ ਕਹਾਣੀ। ਅੱਜ ਦੀ ਜੁਰਮ ਕਹਾਣੀ ਦੇ ਵਿੱਚ ਅਸੀਂ ਸਾਰੀ ਉਹ ਕਹਾਣੀ ਸੁਣਾਂਗੇ ਔਰ ਤੁਹਾਨੂੰ ਸੁਣਾਵਾਂਗੇ ਜਿਹਦੇ ਵਿੱਚ ਇੱਕ ਖਾਤੂਨ ਜਿਹਦੀਆਂ ਕੁਝ ਤਸਵੀਰਾਂ ਵੀਡੀਓ ਇੱਕ ਬੰਦੇ ਕੋਲ ਜਾਂਦੀਆਂ ਨੇ ਔਰ ਉਸ ਤੋਂ ਬਾਅਦ ਕਿਸ ਤਰ੍ਹਾਂ ਉਹਨੂੰ ਬਾਰਹਾ ਬਾ ਹਰਾਸਾ ਕਰਦਾ ਹੈ। ਅਸੀਂ ਪਹੁੰਚਾਂਗੇ ਥਾਣਾ ਵੂਮੈਨ ਦੇ ਵਿੱਚ ਔਰ ਇਹਦੇ ਨਾਲ ਜਿਹੜੇ ਉੱਥੇ ਦੇ ਅਫੀਸਰ ਹੋਣਗੇ SHO ਸਾਹਿਬਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਸਾਰੀ ਕਹਾਣੀ ਸੁਣਾਂਗੇ ਕਿੰਜ ਮੁਲਜ਼ਮ ਗ੍ਰਿਫਤਾਰ ਹੁੰਦਾ ਹੈ ਔਰ ਕਿੰਜ ਉਹ ਇਸ ਖਾਤੂਨ ਨੂੰ ਬਾਰਹਾ ਬਾ ਹਰਾਸਾ ਕਰਦਾ ਸੀਗਾ। ਖਾਤੂਨ ਨੂੰ ਉਹਦੀਆਂ ਤਸਵੀਰਾਂ ਵੀਡੀਓ ਤੋਂ ਬਲੈਕਮੇਲ ਕਰਕੇ ਬਾਰਹਾ ਬਾ ਉਹਨੂੰ ਹਰਾਸਾ ਕੀਤਾ ਗਿਆ ਸੀ। ਸਾਰੀ ਕਹਾਣੀ ਕਿਸ ਤਰ੍ਹਾਂ ਸ਼ੁਰੂ ਹੁੰਦੀ ਹੈ। ਮੈਂ ਇਸ ਵਕਤ ਮੌਜੂਦ ਹਾਂ ਥਾਣਾ ਵੂਮੈਨ ਦੇ ਵਿੱਚ ਔਰ ਮੇਰੇ ਨਾਲ ਮੌਜੂਦ ਨੇ ਸਨਾ ਨਜ਼ੀਰ। ਇਹਨਾਂ ਨਾਲ ਗੱਲਬਾਤ ਕਰਦੇ ਹਾਂ ਔਰ ਇਹਨਾਂ ਨੂੰ ਪੁੱਛਦੇ ਹਾਂ ਕਿ ਮੈਡਮ ਇਹ ਦੱਸਿਓ ਕਿ ਕਿੰਜ ਇਹ ਸਾਰੀ ਕਹਾਣੀ ਸ਼ੁਰੂ ਹੁੰਦੀ ਹੈ ਜਿਹੜੀ ਕਿ ਖਾਤੂਨ ਨੂੰ ਬਲੈਕਮੇਲ ਕੀਤਾ ਜਾਂਦਾ ਹੈ। ਸ਼ੁਰੂ ਦੱਸਿਓ ਕਿੰਜ ਸ਼ੁਰੂ ਹੁੰਦੀ ਸਾਰੀ ਕਹਾਣੀ। ਜੀ ਸਾਡੇ ਕੋਲ ਇੱਕ ਐਪਲੀਕੇਸ਼ਨ ਰਿਸੀਵ ਹੁੰਦੀ ਹੈ ਜਿਹਦੇ ਵਿੱਚ ਲੇਡੀ ਇਹ ਕਲੇਮ ਕਰਦੀ ਹੈ ਕਿ ਉਹਨਾਂ ਦੇ ਨਾਲ ਹਰਾਸਮੈਂਟ ਹੋਈ ਹੈ ਤੇ ਜਿਹੜਾ ਹਰਾਸਰ ਹੈ ਉਹ ਉਹਨਾਂ ਦੀ 4 ਸਾਲ ਤੋਂ ਉਹਨਾਂ ਦਾ ਆਪਸ ਵਿੱਚ ਰਿਲੇਸ਼ਨ ਹੈ। ਉਸ ਰਿਲੇਸ਼ਨ ਦੇ ਵਿੱਚ ਨਫਸਿਆਤੀ ਤੌਰ ਤੇ ਹਰਾਸਰ ਉਹਨੂੰ ਇਤਨਾ ਇਨਵੋਲਵ ਕੀਤਾ ਕਿ ਉਹਨੂੰ ਇਹ ਪਤਾ ਹੀ ਨਹੀਂ ਲੱਗਿਆ ਕਿ ਉਹ ਆਪਣੀ ਵਲਨਰੇਬਲ ਤਸਵੀਰਾਂ ਸੈਂਡ ਕਰ ਰਹੀ ਹੈ। ਉਹਨੇ ਤਸਵੀਰਾਂ ਸੈਂਡ ਸਾਰੀਆਂ ਕੀਤੀਆਂ ਤੇ ਬਾਅਦ ਇਨਵੈਸਟੀਗੇਸ਼ਨ ਸਟਾਰਟ ਹੋਈ। ਅਸੀਂ ਬੰਦਾ ਵੈਰੀਫਾਈ ਕੀਤਾ ਕਿ ਵਾਕਈ ਹਰਾਸਮੈਂਟ ਹੋ ਰਹੀ ਹੈ। ਅਸੀਂ ਉਹਨੂੰ ਹਨੀ ਟਰੈਪ ਦੇ ਕੇ ਬੰਦਾ ਪਕੜਿਆ। ਬੰਦੇ ਦੇ ਫੋਨ ਦੇ ਵਿੱਚ ਉਹਦੀ ਜੈਨੂਇਨ ਵੀਡੀਓਜ਼ ਰਿਸੀਵ ਹੋਈਆਂ ਤੇ ਉਹਨੂੰ ਗ੍ਰਿਫਤਾਰ ਕਰਕੇ ਉਹਨੂੰ ਪੇਸ਼ ਕੀਤਾ ਅਦਾਲਤ ਦੇ ਵਿੱਚ। ਅੱਛਾ ਮੈਡਮ ਇਹਦੇ ਤੇ ਕਿਹੜੀਆਂ ਕਿਹੜੀਆਂ ਦਫਾਤ ਲੱਗੀਆਂ ਨੇ ਔਰ ਜਿਹੜਾ ਇਹ ਮੁਲਜ਼ਮ ਸੀਗਾ ਕਿ ਉਹਦਾ ਰਿਸ਼ਤੇਦਾਰ ਸੀ, ਕੌਣ ਸੀ ਇਹ ਮੁਲਜ਼ਮ? ਇਹ ਬੀਬੀ ਜਿਹੜੀ ਹੈ ਇਹ ਇਕੱਲੀ ਰਹਿੰਦੀ ਹੈ। ਮਤਲਬ ਇਹਦੀ ਸ਼ਾਦੀ ਹੋਈ ਹੈ ਕੋਈ 7-8 ਸਾਲ ਪਹਿਲੇ ਤੇ ਪਿਛਲੇ 4 ਸਾਲ ਤੋਂ ਇਸ ਬੰਦੇ ਨਾਲ ਰਿਲੇਸ਼ਨ ਆਏ ਕਿਉਂਕਿ ਉਹਦੇ ਹਸਬੈਂਡ ਰਹਿੰਦੇ ਹਨ ਆਊਟ ਆਫ ਕੰਟਰੀ ਤੇ ਉਹਦਾ ਇਹਦੇ ਨਾਲ ਰਿਲੇਸ਼ਨਸ਼ਿਪ ਜਿਸਲੇ ਬਣਿਆ ਉਸੇ ਦੌਰਾਨ ਹੀ ਮਤਲਬ ਇਹ ਸਾਰਾ ਸੀਨ ਹੋਇਆ। ਤਸਵੀਰਾਂ ਸ਼ੇਅਰ ਹੋਈਆਂ, ਵੀਡੀਓ ਸ਼ੇਅਰ ਹੋਈਆਂ। ਜਿਸਲੇ ਹਸਬੈਂਡ ਵਾਪਸ ਆਏ ਮਤਲਬ ਇੱਕ ਉਸ ਬੰਦੇ ਬਲੈਕਮੇਲਿੰਗ ਵੀ ਸ਼ੁਰੂ ਕਰ ਦਿੱਤੀ। ਇੱਕ ਗਿਲਟੀ ਕੌਨਸ਼ੀਅਸ ਵੀ ਲੇਡੀ ਨੂੰ ਫੀਲ ਹੋਇਆ। ਉਹਨੇ ਮਾਫੀ ਮੰਗੀ ਆਪਣੇ ਸ਼ੌਹਰ ਕੋਲੋਂ ਤੇ ਉਹਨੇ ਮਾਫ ਕਰ ਦਿੱਤਾ। ਜਦੋਂ ਮਾਫੀ ਤਲਾਫੀ ਹੋਈ ਤੇ ਹਰਾਸਰ ਦਾ ਕੰਮ ਮੁੱਕ ਗਿਆ ਕਿ ਮਤਲਬ ਹੁਣ ਮੇਰੀ ਕੋਈ ਥਾਂ ਨਹੀਂ ਤੇ ਉਹਨੇ ਜਾ ਕੇ ਤਸਵੀਰਾਂ ਦਾ ਮਿਸਯੂਜ਼ ਕੀਤਾ। ਇਹਨੂੰ ਸੈਂਡ ਕੀਤੀਆਂ ਕਿ ਮੈਂ ਤੈਨੂੰ ਬਲੈਕਮੇਲ ਕਰਨਾ ਹੈ, ਤੂੰ ਮੇਰੇ ਨਾਲ ਰਿਲੇਸ਼ਨ ਰੱਖ, ਤੂੰ ਖਤਮ ਨਹੀਂ ਕਰ ਸਕਦਾ। ਲੇਡੀ ਪੁਲਿਸ ਨਾਲ ਰਾਬਤਾ ਕੀਤਾ, ਪੁਲਿਸ ਉਹਨੂੰ ਪਕੜਿਆ। ਮਤਲਬ ਇਹ ਸਾਰਾ ਇਵੈਂਟ ਇਸ ਦੌਰਾਨ ਹੁੰਦਾ ਹੈ ਜਦੋਂ ਲੇਡੀ ਪੂਰੇ 4 ਸਾਲ ਇੱਕ ਇਕੱਲਿਆ ਜ਼ਿੰਦਗੀ ਗੁਜ਼ਾਰੀ। ਨਫਸਿਆਤੀ ਤੌਰ ਤੇ ਆਈਸੋਲੇਟਿਡ ਫੀਲ ਕੀਤਾ ਜਿਸ ਦੀ ਵਜ੍ਹਾ ਤੋਂ ਇਹ ਸਾਰਾ ਨਾਖੁਸ਼ਗਵਾਰ ਵਾਕਿਆ ਹੋਇਆ। ਉਸ ਆਪਣੇ ਆਪ ਨੂੰ ਉਸ ਬੰਦੇ ਦੇ ਸਾਹਮਣੇ ਵਲਨਰੇਬਲ ਕਰ ਲਿਆ ਜਿਹੜਾ ਬੰਦਾ ਉਹਦੇ ਨਾਲ ਸਿੰਸੀਅਰ ਵੀ ਨਹੀਂ। ਅੱਛਾ ਮੈਡਮ ਇਸ ਤਰ੍ਹਾਂ ਦੇ ਵਾਕਿਆ ਨਾ ਬਹੁਤ ਜ਼ਿਆਦਾ ਫੈਸਲਾਬਾਦ ਦੇ ਵਿੱਚ ਰੋਨਮਾ ਹੁੰਦੇ ਨੇ। ਬਹੁਤ ਜ਼ਿਆਦਾ ਕੁੜੀਆਂ ਹਨੀ ਟਰੈਪ ਕਰਕੇ ਲੜਕੀਆਂ ਨੂੰ ਕਰਦੀ। ਇਹਦੇ ਹਵਾਲੇ ਨਾਲ ਤੁਸੀਂ ਕੀ ਪਲਾਨ ਕੀਤਾ ਹੋਇਆ? ਲੜਕੀਆਂ ਦਾ ਮਾਮਲਾ ਜਿਤਨਾ ਹੈ ਕਿ ਹਰਾਸਮੈਂਟ ਦਾ ਮੈਂ ਪਹਿਲੇ ਵੀ ਤੁਹਾਨੂੰ ਦੱਸ ਚੁੱਕੀ ਹਾਂ ਕਿ ਨਫਸਿਆਤੀ ਖੇਲ ਹੈ। ਜਿਹੜੀ ਉਹਨਾਂ ਦੀ ਜ਼ਾਤ ਦੀ ਕਮੀਆਂ ਹੁੰਦੀਆਂ ਨਾ ਜਿਹੜੀਆਂ ਉਹ ਫੀਲ ਕਰਦੀਆਂ ਕਿ ਉਹਨਾਂ ਦੇ ਵਿੱਚ ਕਮੀ ਹੈ, ਉਹਨਾਂ ਦੇ ਕੌਨਫੀਡੈਂਸ ਦੀ ਕਮੀ, ਉਹਨਾਂ ਦੀ ਆਪਣੀਆਂ ਪੇਰੈਂਟਸ ਦੇ ਉੱਤੇ ਕੋਈ ਇਨਫੀਰੀਅਰਿਟੀ ਕੰਪਲੈਕਸ, ਉਸ ਨੂੰ ਹਰਾਸਰ ਮਿਸਯੂਜ਼ ਕਰਕੇ ਉਹਨਾਂ ਨੂੰ ਬੜਾ ਹੀ ਕੰਫਰਟੇਬਲ, ਬੜਾ ਐਮੀਕੇਬਲ ਪਰਸਨੈਲਿਟੀ ਸ਼ੋ ਕਰਦਾ ਕਿ ਮਤਲਬ ਮੈਂ ਬੜਾ ਕੋਈ ਵੈਲ ਵਿਸ਼ਰ ਐਡਮਾਇਰਰ ਹਾਂ, ਆਈ ਐਮ ਦ ਮੋਸਟ ਸਿੰਸੀਅਰ ਪਰਸਨ ਇਨ ਯੋਰ ਲਾਈਫ। ਇਸ ਤਰ੍ਹਾਂ ਕਰਕੇ ਜਿਸਲੇ ਉਹਨਾਂ ਦੇ ਨਾਲ ਗੱਲਾਂ ਕਰਦਾ ਹੈ ਤੇ ਲੜਕੀਆਂ ਆਪਣੇ ਆਪ ਨੂੰ ਵਲਨਰੇਬਲ ਕਰ ਲੈਂਦੀਆਂ। ਲੜਕੀਆਂ ਨੂੰ ਇਹ ਪਤਾ ਵੀ ਨਹੀਂ ਲੱਗਦਾ ਕਿ ਜਿਸ ਬੰਦੇ ਤੇ ਉਹ ਟਰਸਟ ਕਰ ਰਹੀਆਂ ਨੇ ਉਹ ਬੰਦਾ ਟਰਸਟਵਰਦੀ ਹੈ ਵੀ ਕਿ ਨਹੀਂ। ਬਿਲਕੁਲ। ਅੱਛਾ ਮੈਡਮ ਦੂਸਰਾ ਕੁੜੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਅਕਸਰ ਕੁੜੀਆਂ ਬਿਲਕੁਲ ਜਿੱਦਾਂ ਤੁਸੀਂ ਇਹ ਗੱਲ ਕਰਦੇ ਪਏ ਜੇ, ਕੁੜੀਆਂ ਕਿਸੇ ਨਾਲ ਹਾਲੇ ਇੱਕ ਹਫਤਾ ਵੀ ਨਹੀਂ ਹੁੰਦੀਆਂ ਮੋਬਾਈਲ ਤੇ ਦੋਸਤੀ ਹੁੰਦੀ, ਦੋਸਤੀ ਤੋਂ ਬਾਅਦ ਆਪਣੀਆਂ ਤਸਵੀਰਾਂ ਵੀਡੀਓਜ਼ ਭੇਜ ਦਿੰਦੇ। ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਇਹਦੇ ਬਾਰੇ? ਮੈਂ ਖਵਾਤੀਨ ਨੂੰ ਬਲਕਿ ਕਾਲਜ ਯੂਨੀਵਰਸਿਟੀ ਦੇ ਸਟੂਡੈਂਟਸ ਖਾਸ ਕਰ ਜਿਹੜੀਆਂ ਹਰਾਸਰਸ ਦਾ ਮੇਨ ਟਾਰਗੇਟ ਹੈ, ਦੇ ਆਰ ਦ ਸੌਫਟ ਟਾਰਗੇਟ ਜਿਨ੍ਹਾਂ ਨੂੰ ਅਪਰੋਚ ਕਰਨਾ ਆਸਾਨ ਹੈ। ਉਹਨਾਂ ਨੂੰ ਕਿਉਂਕਿ ਉਹ ਕੱਚੀ ਉਮਰ ਦੀਆਂ ਹੁੰਦੀਆਂ ਉਹਨਾਂ ਨੂੰ ਟਰੈਪ ਕਰਨਾ ਬੜਾ ਆਸਾਨ ਹੈ।
ਇਹਨਾਂ ਦਾ ਤਰੀਕਾਕਾਰ ਮੈਂ ਪਹਿਲੇ ਦੱਸ ਚੁੱਕੀ ਹਾਂ। ਅੱਗੇ ਮੈਂ ਆਪਣੀ ਖਵਾਤੀਨ ਨੂੰ ਇਹ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਆਪਣੇ ਆਪ ਨੂੰ ਵਲਨਰੇਬਲ ਕਿਸੇ ਦੇ ਸਾਹਮਣੇ ਵੀ ਨਾ ਕਰੋ। ਆਪਣੇ ਇਨਸਟਿੰਕਟ ਤੇ ਆਪਣੀ ਜਬਲਤ ਤੇ ਭਰੋਸਾ ਕਰੋ। ਤੁਹਾਨੂੰ ਜਿਸ ਵੇਲੇ ਫੀਲ ਹੁੰਦਾ ਹੈ ਕਿ ਇਟਸ ਅ ਰੈੱਡ ਫਲੈਗ, ਕੋਈ ਤੁਹਾਨੂੰ ਰੈੱਡ ਫਲੈਗ ਫੀਲ ਹੁੰਦਾ ਹੈ, ਉਹਦੇ ਨਾਲ ਉਸੇ ਹਿਸਾਬ ਨਾਲ ਡੀਲ ਕਰੋ, ਉਹਦੇ ਨਾਲ ਡਿਸਟੈਂਸ ਮੇਨਟੇਨ ਕਰੋ। ਤੁਹਾਡਾ ਆਪਣਾ ਇਨਸਟਿੰਕਟ, ਤੁਹਾਡਾ ਆਪਣਾ ਜ਼ਿਹਨ ਤੁਹਾਨੂੰ ਦੱਸਦਾ ਹੈ ਕਿ ਤੁਹਾਡੇ ਸਾਹਮਣੇ ਖਲੋਤਾ ਹੋਇਆ ਬੰਦਾ ਜਿਹੜਾ ਤੁਹਾਡੇ ਨਾਲ ਇੰਟਰੈਕਸ਼ਨ ਕਰੇਂਦਾ ਪਿਆ ਉਹ ਤੁਹਾਡੇ ਲਾਇਕ ਦਾ ਨਹੀਂ, ਉਹ ਤੁਹਾਡੇ ਨਾਲ ਸਿੰਸੀਅਰ ਨਹੀਂ। ਇਹ ਵਾਈਬਸ ਆਉਂਦੀਆਂ ਨੇ ਇਨਸਾਨ ਨੂੰ, ਜਿਹੜੀਆਂ ਇਨਸਾਨ ਨੂੰ ਸਿਰਫ ਉਹ ਚੁੱਕਿਆ ਤੁਹਾਨੂੰ ਸਾਈਕੋਲੋਜੀਕਲੀ ਡੀਲ ਕਰੇਂਦਾ ਪਿਆ ਹੁੰਦਾ ਹੈ, ਤੁਸੀਂ ਉਹ ਵਾਈਬਸ ਨੂੰ ਪਸੇ ਪੁਸ਼ ਡਾਲ ਦਿੰਦੇ ਹੋ। ਤੁਹਾਨੂੰ ਪਤਾ ਹੁੰਦਾ, ਲੇਡੀਜ਼ ਨੂੰ ਪਤਾ ਹੁੰਦਾ ਕਿ ਯਾਰ ਮੈਨੂੰ ਇਹ ਫੀਲਿੰਗਸ ਆਈਆਂ ਨਹੀਂ ਯਾਰ, क्या पता मैंने गलत फहमी होवे, मतलब दे फॉल इन दैट मिसअंडरस्टैंडिंग के क्या पता ये मेरी कोई गलत फहमी हो सकती है। इस तरह दे मामलात दे विच लड़कियां आगे फस लैंदियां ते इस तू अवॉइड करे। जिथे तुहानू रैड फ्लैग दी कोई फीलिंग आती पई है उत्थे फौरन अवॉइड करो, डिस्टेंस मेंटेन करो। ਅੱਛਾ, ਕੁਝ ਲੜਕੀਆਂ ਡਰ ਜਾਂਦੀਆਂ ਨੇ, ਘਰ ਦੇ ਮਾਪੇ ਨੂੰ ਦੱਸਦੀਆਂ, ਸ਼ਾਦੀशुदा ਨਹੀਂ ਹੁੰਦੀਆਂ, ਲੜਕੀਆਂ ਨੂੰ ਅਕਸਰ ਮਿਲ ਵੀ ਚੁੱਕੀਆਂ ਹੁੰਦੀਆਂ ਨੇ, ਲੇਕਿਨ ਉਹ ਡਰ ਜਾਂਦੀਆਂ ਨੇ, ਬਾਅਦ ਚ ਬਲੈਕਮੇਲਿੰਗ ਹੁੰਦੀਆਂ ਨੇ। ਲੜਕੀਆਂ ਨੂੰ ਕੀ ਕਹਿਣਾ ਚਾਹੁੰਦੇ ਕਿ ਤੁਸੀਂ ਅਗਰ ਤੁਹਾਨੂੰ ਕੋਈ ਮਸਲਾ ਆਂਦਾ ਸਭ ਤੋਂ ਪਹਿਲੇ ਉਹ ਕੀ ਕਰਨ? ਦੇਖੋ ਗਲਤੀ ਸਾਰਿਆਂ ਕੋਲ ਹੁੰਦੀ ਹੈ। ਆਪਣੇ ਆਪ ਨੂੰ ਐਕਸੈਪਟੈਂਸ, ਜਿਹੜੀ ਤੁਹਾਡੀ ਆਪਣੀ ਜ਼ਾਤ ਵਾਸਤੇ ਐਕਸੈਪਟੈਂਸ ਹੈ ਨਾ, ਉਹ ਬੜੀ ਜ਼ਰੂਰੀ ਹੈ। ਤੁਸੀਂ ਆਪਣੀ ਗਲਤੀ ਨੂੰ ਕਬੂਲ ਕਰੋ, ਆਪਣੇ ਆਪ ਨੂੰ ਹਿੰਮਤ ਦਿਓ, ਆਪਣੇ ਆਪ ਨੂੰ ਇੱਜ਼ਤ ਦਿਓ ਕਿ ਤੁਸੀਂ ਇਤਨੇ ਗਿਰੇ ਪਏ ਨਹੀਂ ਕਿ ਕੋਈ ਵੀ ਤੁਹਾਨੂੰ ਆ ਕੇ ਹਰਾਸ ਕਰ ਜਾਵੇ, ਕੋਈ ਤੁਹਾਡੀ ਇੱਜ਼ਤ ਦਾ ਸੌਦਾ ਕਰ ਜਾਵੇ। ਜੋ ਗਲਤੀ ਹੋ ਗਈ ਹੈ ਆਪਣੇ ਪਿਆਰਿਆਂ ਨੂੰ ਦੱਸੋ ਕਿ ਇਹ ਮਾਮਲਾ ਹੋਇਆ ਹੈ ਤੇ ਮੈਂ ਇਸ ਦੇ ਵਿੱਚ ਅਨਕੰਫਰਟੇਬਲ ਹਾਂ, ਮੈਨੂੰ ਸਪੋਰਟ ਕਰੋ। ਆਪਣੀ ਫੈਮਿਲੀ ਨੂੰ ਇਤਮਾਦ ਦੇ ਵਿੱਚ ਲਓ ਕਿ ਮੇਰੇ ਕੋਲ ਗਲਤੀ ਹੋ ਗਈ ਹੈ। ਅੱਗੇ ਲਾਅ ਐਨਫੋਰਸਮੈਂਟ ਏਜੰਸੀਜ਼ ਲਾਈਕ ਪੁਲਿਸ ਨਾਲ ਰਾਬਤਾ ਕਰੋ, ਉਹਨਾਂ ਨੂੰ ਆਪਣੇ ਮਾਮਲਾਤ ਦੱਸੋ ਕਿ ਸਾਡਾ ਮਤਲਬ ਇੱਕ ਇੱਜ਼ਤ ਦਾ ਮਾਮਲਾ ਹੈ ਤੇ ਸਾਨੂੰ ਸਾਡੀ ਆਈਡੈਂਟੀਫਿਕੇਸ਼ਨ ਹਾਈਡ ਕੀਤੀ ਜਾਵੇ ਤੇ ਸਾਨੂੰ ਇਨਸਾਫ ਦਿੱਤਾ ਜਾਵੇ। ਲੇਕਿਨ ਮੈਡਮ ਕੁਝ ਲੋਕ ਜਿਹੜੀਆਂ ਲੜਕੀਆਂ ਜਾਂ ਘਰ ਵਾਲੇ ਡਰਦੇ ਆ ਕਿ ਅਸੀਂ ਅਗਰ ਪੁਲਿਸ ਤੇ ਜਾਵਾਂਗੇ ਅਸੀਂ ਬਦਨਾਮ ਹੋ ਜਾਵਾਂਗੇ, ਪੁਲਿਸ ਸਾਡੀ ਗੱਲ ਨਹੀਂ ਸੁਣੇਗੀ। ਇਸ ਤਰ੍ਹਾਂ ਦੇ ਦੱਸੋ ਕਿ ਪੁਲਿਸ ਤੁਹਾਡੀ ਗੱਲ ਸੁਣਦੀ ਆ, ਪੁਲਿਸ ਤੁਹਾਨੂੰ ਇਤਮਾਦ ਨਾਲ ਤੁਹਾਨੂੰ ਇਨਸਾਫ ਵੀ ਲੈ ਕੇ ਦਿੰਦੀ। ਜਿੱਥੋਂ ਤੱਕ ਇਹ ਇਮੇਜ ਬਣਿਆ ਹੋਇਆ ਹੈ, ਇਹ ਇਮੇਜ ਕੁਝ ਲੋਕਾਂ ਦੇ ਜਿਹੜੇ ਕ੍ਰਿਮੀਨਲ ਮਾਈਂਡਸ ਹਨ, ਜਿਹੜੇ ਪੁਲਿਸ ਨੂੰ ਆਪਣੇ ਤਰੀਕੇ ਨਾਲ ਮੈਨੀਪੂਲੇਟ ਕਰਨਾ ਚਾਹੁੰਦੇ ਨੇ। ਮਨਸ਼ਿਆਤ ਫਰੋਸ਼ ਹੋ ਗਏ ਜਿਨ੍ਹਾਂ ਦੇ ਜਿਹੜੇ ਚਾਹੁੰਦੇ ਨੇ ਕਿ ਪੁਲਿਸ ਉਹਨਾਂ ਦੇ ਨਾਲ ਚੱਲੇ ਤੇ ਉਹਨਾਂ ਦਾ ਕਾਰੋਬਾਰ ਚੱਲੇ। ਠੀਕ ਹੈ, ਜੂਏ ਕਰਵਾਉਣ ਵਾਲੇ ਬੈਠੇ ਨੇ, ਉਹਨਾਂ ਪੁਲਿਸ ਨੂੰ ਆਪਣੇ ਨਾਲ ਚਲਾਉਣਾ ਚਾਹੁੰਦੇ ਨੇ। ਪੁਲਿਸ ਜਿੱਥੇ ਨਹੀਂ ਚੱਲਦੀ, ਇਹ ਪੂਰਾ ਨੈਟਵਰਕ ਹੁੰਦਾ ਜਿਹੜਾ ਪੁਲਿਸ ਦੀ ਇਮੇਜ ਖਰਾਬ ਕਰਿੰਦਾ। ਠੀਕ ਹੈ, ਇੱਥੇ ਤੁਸੀਂ ਮੇਰੇ ਥਾਣੇ ਦੇ ਵਿੱਚ ਤਸ਼ਰੀਫ ਲੈ ਕੇ ਆਏ ਹੋ, ਤੁਹਾਨੂੰ ਨਜ਼ਰ ਆਇਆ ਸੀ ਇੱਥੇ 100 ਦੀ ਤਾਦਾਦ ਵਿੱਚ ਲੋਕ ਆਉਂਦੇ ਨੇ, ਲੋਕਾਂ ਦੀ ਦਾਦ ਰਸੀ ਹੋ ਰਹੀ ਹੈ, ਪੁਲਿਸ ਦੇ ਉੱਤੇ ਇਤਮਾਦ ਕਰਿੰਦੇ ਨੇ। ਇਹ ਰੀਸੈਂਟ ਕੇਸ 20/26 ਕੇਸ ਹੈਰਾਸਮੈਂਟ ਦਾ ਜਿਹੜਾ ਅਸੀਂ ਦਰਜ ਕੀਤਾ ਹੈ, ਇਹਦੇ ਵਿੱਚ ਲੇਡੀ ਸਾਡੇ ਤੇ ਇਤਬਾਰ ਕੀਤਾ ਹੈ, ਅਸੀਂ ਉਹਦੇ ਬੰਦਾ ਗ੍ਰਿਫਤਾਰ ਕੀਤਾ ਹੈ, ਉਹਦੀ ਸਾਰੀ ਤਸਵੀਰਾਂ ਡਿਲੀਟ ਕਰਵਾਈਆਂ, ਉਹਦੀ ਸਾਰੀ ਡਿਵਾਈਸਿਸ ਜਿਹਦੇ ਵਿੱਚ ਉਹਦੀ ਕੋਲ ਤਸਵੀਰਾਂ ਉਹ ਸਾਰੀਆਂ ਡਿਲੀਟ ਕਰਵਾਈਆਂ, ਉਹ ਡਿਵਾਈਸ ਜ਼ਬਤ ਕਰ ਲਈ। ਮਤਲਬ ਅਸੀਂ ਇਤਨੇ ਲੋਕਾਂ ਨੂੰ ਤਹਫੁਜ਼ ਦੇ ਸਕਦੇ ਹਾਂ, ਲੇਕਿਨ ਜਿਹੜੇ ਜੁਰਾਇਮ ਪੇਸ਼ਾ ਅਨਾਸਰ ਹਨ ਉਹ ਸਾਡਾ ਇਮੇਜ ਇਸ ਵਜ੍ਹਾ ਤੋਂ ਖਰਾਬ ਰੱਖਣਾ ਚਾਹੁੰਦੇ ਨੇ ਕਿ ਤਾਂ ਕਿ ਪੁਲਿਸ ਤੇ ਲੋਕਾਂ ਦਾ ਇਤਮਾਦ ਬਹਾਲ ਨਾ ਹੋ ਸਕੇ। ਬਿਲਕੁਲ ਮੈਡਮ, ਬਹੁਤ ਸ਼ੁਕਰੀਆ। ਲੋ ਤੁਸੀਂ ਵੇਖਿਆ ਕਿ ਫੈਸਲਾਬਾਦ ਦੇ ਵਿੱਚ ਜਿਹੜੀ ਖਾਤੂਨ ਨੂੰ ਹਰਾਸਾ ਕੀਤੀ, ਉਹਦੀ ਸਾਰੀ ਕਹਾਣੀ ਤੇ ਤੁਸੀਂ ਸੁਣ ਲਈ। ਹੁਣ ਖਵਾਤੀਨ ਬੱਚੀਆਂ ਵਾਸਤੇ ਮੈਸੇਜ ਆ, ਵਾਲਿदैन ਵਾਸਤੇ ਵੀ ਮੈਸੇਜ ਆ, ਅਗਰ ਤੁਹਾਡੀ ਕਿਸੇ ਬੱਚੀ ਨਾਲ ਕੋਈ ਇਸ ਤਰ੍ਹਾਂ ਦਾ ਵਾਕਿਆ ਵੀ ਪੇਸ਼ ਆਂਦਾ, ਸਭ ਤੋਂ ਪਹਿਲੇ ਤੁਸੀਂ ਪੁਲਿਸ ਨਾਲ ਰਾਬਤਾ ਕਰੋ ਔਰ ਪੁਲਿਸ ਬਿਲਕੁਲ ਤੁਹਾਡੀ ਹਰ ਤਰ੍ਹਾਂ ਦੀ ਮਦਦ ਕਰਦੀ ਔਰ ਤੁਹਾਡਾ ਨਾਮ ਵੀ ਖੁਫੀਆ ਰਾਜ਼ ਰੱਖਦੀ ਹੈ। ਇਹ ਨਹੀਂ ਕਿ ਤੁਸੀਂ ਬਦਨਾਮ ਹੋ ਜਾਓਗੇ, ਬਿਲਕੁਲ ਵੀ ਨਹੀਂ। ਜਿਸ ਤਰ੍ਹਾਂ ਵੀ ਤੁਹਾਡਾ ਮਸਲਾ ਹੈਗਾ ਤੁਸੀਂ ਥਾਣੇ ਆਓ, ਤੁਹਾਡਾ ਹਰ ਮਸਲਾ ਇੱਥੇ ਹੱਲ ਕੀਤਾ ਜਾਏਗਾ।